किताब पोह दीआं रातां, लेखक सुरिंदर सिंह। पहली रात माता गुजर कौर जी ਅਤੇ ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਅਤੇ ਕਿੱਥੇ ਗੁਜ਼ਾਰੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2 ਦਿਨਾਂ ਤੋਂ ਪਹਾੜਾਂ ਵਿੱਚ ਮੀਂਹ ਪੈਣ ਕਾਰਨ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਪਿੱਛੋਂ ਵੈਰੀ ਦੇ ਅਚਨਚੇਤ ਹੱਲੇ ਨੇ ਹਫੜਾ ਦਫੜੀ ਮਚਾ ਦਿੱਤੀ। ਕਿਸੇ ਨੂੰ ਕੁਝ ਨਾ ਸੁੱਝਿਆ। ਜਿੱਧਰ ਵੀ ਰਾਹ ਮਿਲਿਆ ਉੱਧਰ ਹੀ ਜਾਣ ਦੀ ਸੋਚੀ। ਦਾਦੀ ਮਾਂ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਪਰਿਵਾਰ ਨਾਲੋਂ ਵਿਛੜ ਸਰਸਾ ਨਦੀ ਕਿਨਾਰੇ ਜਿੱਧਰ ਨੂੰ ਪਾਣੀ ਦਾ ਵਹਾਅ ਜਾਂਦਾ ਸੀ ਨਾਲ ਨਾਲ ਹੋ ਤੁਰੇ। ਦਾਦੀ ਮਾਂ ਨਿੱਕੀਆਂ ਜਿੰਦਾਂ ਨੂੰ ਜ਼ੁਲਮ ਦੀ ਮਾਰ ਤੋਂ ਬਚਾਉਂਦੀ ਝਾੜੀਆਂ ਝੰਬਾਂ ਵਿੱਚ ਜਾ ਬੈਠੀ। ਇਹਨਾਂ ਨਾਲ ਕੋਈ ਵੀ ਸੇਵਾਦਾਰ ਨਾ ਰਿਹਾ ਸਿਵਾਏ ਇੱਕ ਖੱਚਰ ਦੇ। ਸਭ ਆਸਰੇ ਖਿੰਡ ਗਏ। ਖੱਚਰ ਤੇ ਇੱਕ ਖੁਰਜੀ ਵਿੱਚ ਕੁਝ ਮੋਹਰਾਂ ਤੇ ਮਾਇਆ ਸੀ। ਇਸ ਮਾਇਆ ਦਾ ਲਾਭ ਵੀ ਵਕਤਾਂ ਭਰੇ ਸਮੇਂ ਵਿੱਚ ਨਾ ਹੋਇਆ। ਬਹੁਤ ਚਿਰ ਝਾੜੀਆਂ ਵਿੱਚ ਬੈਠ ਦਾਦੀ ਮਾਂ ਮਾਸੂਮਾਂ ਨੂੰ ਨਾਲ ਲੈ ਅੱਗੇ ਚੱਲ ਪਈ। ਨਿੱਕੀਆਂ ਜਿੰਦਾਂ ਨੇ ਕਦੇ ਇਹੋ ਜਿਹੇ ਰਾਹ ਨਹੀਂ ਵੇਖੇ ਸਨ। ਆਨੰਦਪੁਰ ਸਾਹਿਬ ਤਾਂ ਉਹਨਾਂ ਦੇ ਸੇਵਾਦਾਰਾਂ ਨੇ ਉਹਨਾਂ ਦੇ ਨਿੱਕੇ ਤੇ ਕੋਮਲ ਪੈਰ ਭੋਏ ਨਹੀਂ ਸੀ ਲੱਗਣ ਦਿੱਤੇ। ਬਿਰਧ ਦਾਦੀ ਮਾਂ ਦਾ ਸਰੀਰ ਵੀ ਇਹਨਾਂ ਰਾਹਾਂ ਦਾ ਹਾਣੀ ਨਹੀਂ ਸੀ, ਪਰ ਕੀਤਾ ਕੀ ਜਾਵੇ। ਸਮੇਂ ਦਾ ਗੇੜ ਹੀ ਐਸਾ ਲੱਗਾ ਕਿ ਦੁੱਖਾਂ ਦੇ ਰਾਹ ਲੰਬੇਰੇ ਹੋ ਗਏ। ਦੋਵੇਂ ਵੀਰ ਖੱਚਰ 'ਤੇ ਬੈਠੇ ਨੇ। ਦਾਦੀ ਮਾਂ ਅੱਗੇ ਅੱਗੇ ਤੁਰੀ ਜਾਂਦੀ ਹੈ। ਚਾਰੋਂ ਤਰਫ ਵਾਰ-ਵਾਰ ਤੱਕਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਢੂੰਡਦੇ ਹਨ। ਕਈ ਵਾਰ ਪਿਤਾ ਦਾ ਅੱਖਾਂ ਨੂੰ ਭੁਲੇਖਾ ਲੱਗਦਾ ਹੈ। ਰਸਤੇ ਸੇ ਜਬ ਭਟਕ ਗਏ ਨन्हे सवार थे, तकते पिता को चारों तरफ बार बार थे। ਅੱਲਾ ਯਾਰ ਖਾਂ ਜੋਗੀ ਦਾਦੀ ਮਾਂ ਨੂੰ ਪੁੱਛਦੇ ਨੇ ਕਿ ਆਪਣੇ ਸਿੰਘ ਸਿਪਾਹੀ ਕਿੱਥੇ ਚਲੇ ਗਏ। ਵੱਡੇ ਵੀਰ ਤੇ ਮਾਤਾਵਾਂ ਆਪਾਂ ਨੂੰ ਨਦੀ ਕਿਨਾਰੇ ਕਿਉਂ ਛੱਡ ਗਏ। ਪਿਤਾ ਜੀ ਸਾਨੂੰ ਵਿਛੋੜ ਕੇ ਸਿੰਘਾਂ ਦੇ ਲਸ਼ਕਰ ਨੂੰ ਕਿੱਧਰ ਲੈ ਗਏ। ਦਾਦੀ ਸੇ ਬੋਲੇ, ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਛੋੜ ਕੇ ਰਾਹੀ ਕਿੱਧਰ ਗਏ, ਤੜਫਾ ਕੇ ਹਾਏ ਸੂਰਤ ਮਾਹੀ ਕਿੱਧਰ ਗਏ। ਅੱਲਾ ਯਾਰ ਖਾਂ ਜੋਗੀ ਨਿੱਕੀਆਂ ਜਿੰਦਾਂ ਨੂੰ ਦਿਲਾਸਾ ਦਿੰਦੀ, ਸਿਦਕ ਦੀਆਂ ਬਾਤਾਂ ਪਾਉਂਦੀ ਦਾਦੀ ਮਾਂ ਤੁਰੀ ਜਾਂਦੀ। ਆਪਣਾ ਘਰ ਛੇਤੀ ਆ ਜਾਵੇਗਾ। ਤੁਹਾਡੇ ਵੀਰਾਂ ਨੂੰ ਮਾਤਾ ਪਿਤਾ ਨੂੰ ਛੇਤੀ ਮਿਲਾ ਦੇਵਾਂਗੀ। ਇਵੇਂ ਕਹਿ ਮਾਤਾ ਹੌਸਲਾ ਦੇ ਗੰਭੀਰ ਸੋਚ ਵਿੱਚ ਡੁੱਬੇ ਚਿੱਤ ਨੂੰ ਪਰਮਾਤਮਾ ਨਾਲ ਜੋੜ ਬਿਖੜੇ ਰਾਹ ਦੀ ਵਾਟ ਨਿਬੇੜਦੀ ਤੁਰੀ ਜਾਂਦੀ ਸੀ। ਦੋਵੇਂ ਵੀਰ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਨੇ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਹੁਣ ਜਦੋਂ ਮਾਤਾ ਪਿਤਾ ਜੀ ਤੇ ਭਰਾ ਮਿਲਣਗੇ ਆਪਾਂ ਰੁੱਸ ਜਾਵਾਂਗੇ। ਕਦੇ ਮਾਤਾਵਾਂ, ਕਦੇ ਪਿਤਾ ਜੀ ਤੇ ਕਦੇ ਵੱਡੇ ਵੀਰ ਆਪਾਂ ਨੂੰ ਬਹੁਤ ਮਨਾਉਣਗੇ। ਨਹੀਂ ਮੰਨਾਂਗੇ, ਰੁੱਸੇ ਰਵਾਂਗੇ। ਹੁਣ ਤਾਂ ਮੰਨ ਜਾਵੋ, ਸਾਰੇ ਵਾਰ-ਵਾਰ ਕਹਿਣਗੇ। जब रन अजीत जीत के तशरीफ़ लाएंगे, अब्बा के साथ जिस घड़ी जुझार आएंगे, माता कभी पिता कभी भाई मनाएंगे, हमको गले लगा के कहेंगे बार बार मान जाओ, लेकिन हम नहीं मानेंगे जिनहार। ਅੱਲਾ ਯਾਰ ਖਾਂ ਜੋਗੀ ਜਦੋਂ ਸਾਰੇ ਇਕਰਾਰ ਕਰਨਗੇ ਕਿ ਅੱਗੇ ਤੋਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾਵਾਂਗੇ, ਸਾਨੂੰ ਕਦੇ ਵੀ ਭੁਲਾਉਣਾ ਨਹੀਂ, ਆਪਣੇ ਨਾਲੋਂ ਕਦੇ ਨਾ ਵਿਛੋੜਨਾ, ਇਹ ਸਭ ਇਕਰਾਰ ਮਨਾਵਾਂਗੇ। ਇਕਰਾਰ ਲੈਂਗੇ ਸਭ ਸੇ ਭੁਲਾना ना फिर कभी, बार दिगड़ बिछुड़ के सताना ना फिर कभी, हमको अकेले छोड़ के जाना ना फिर कभी। बच्चों की गुफ्तगू जो सुनी दादी जान ने, बेइख्तियार रू दिया उस वाला शान ने। ਅੱਲਾ ਯਾਰ ਖਾਂ ਜੋਗੀ ਮਾਸੂਮ ਜਿੰਦਾਂ ਦੇ ਇਹ ਬੋਲ ਦਾਦੀ ਮਾਂ ਨੂੰ ਧੁਰ ਸੀਨੇ ਤਾਈਂ ਹਿਲਾ ਗਏ। ਉਸ ਨੇ ਮੁੱਖ ਚੁੰਮੇ, ਸੀਨੇ ਨਾਲ ਲਾ ਢੇਰ ਸਾਰਾ ਪਿਆਰ ਕੀਤਾ। ਇਸੇ ਤਰ੍ਹਾਂ ਸਰਸਾ ਕਿਨਾਰੇ ਝੱਲ ਝਾੜੀਆਂ ਵਿੱਚ ਦੀ ਲੰਘਦਿਆਂ ਚੱਲਦਿਆਂ ਨੂੰ ਅੱਗੇ ਦਰਿਆ ਆ ਗਿਆ। ਇੱਥੇ ਆ ਕੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ। ਇਸ ਨੂੰ ਸਤਲੁਜ ਤੇ ਸਰਸਾ ਦਾ ਕਿਨਾਰਾ ਕਿਹਾ ਜਾਂਦਾ ਹੈ। ਇਹ ਪਿੰਡ ਚੱਕ ਢੇਰਾਂ ਦਾ ਸਤਲੁਜ ਦਾ ਪੱਤਣ ਕਾਗਜ਼ਾਂ ਵਿੱਚ ਬਹੁਤ ਪੁਰਾਣਾ ਤੇ ਹੁਣ ਵੀ ਬੋਲਦਾ ਹੈ।
ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਅੱਗੇ ਦੋ ਹੀ ਪੱਤਣ ਕਾਗਜ਼ਾਂ ਵਿੱਚ ਬੋਲਦੇ ਨੇ ਜੋ ਸਰਸਾ ਨਦੀ ਦੇ ਨੇੜੇ ਹਨ। ਪਹਿਲਾ ਪਿੰਡ ਆਵਾਨਕੋਟ ਦਾ ਪੱਤਣ ਹੈ ਤੇ ਦੂਜਾ ਪਿੰਡ ਚੱਕ ਢੇਰਾਂ ਦਾ ਪੱਤਣ ਹੈ। ਆਵਾਨਕੋਟ ਦੇ ਪੱਤਣ ਤੋਂ ਇਹ ਰਸਤਾ ਦਰਿਆ ਪਾਰ ਕਰ ਨੂਰਪੁਰ ਬੇਦੀ ਤੇ ਆਨੰਦਪੁਰ ਸਾਹਿਬ ਵੱਲ ਚਲਾ ਜਾਂਦਾ ਹੈ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਇਸ ਰਸਤੇ ਜਾਂ ਇਸ ਪੱਤਣ 'ਤੇ ਆਉਣਾ ਕੋਈ ਤੁਕ ਨਹੀਂ ਰੱਖਦਾ, ਕਿਉਂਕਿ ਵੈਰੀ ਦਲ ਆਨੰਦਪੁਰ ਸਾਹਿਬ ਵੱਲੋਂ ਹੀ ਆ ਰਿਹਾ ਸੀ। ਨੂਰਪੁਰ ਬੇਦੀ ਦੇ ਸਾਰੇ ਰਸਤੇ ਵੈਰੀ ਨੇ ਮੱਲੇ ਹੋਏ ਸੀ। ਸਰਸਾ ਪਹਾੜਾਂ ਵਿੱਚੋਂ ਨਿਕਲ ਸਤਲੁਜ ਦਰਿਆ ਵਿੱਚ ਪੈ ਜਾਂਦੀ ਹੈ। ਪਹਾੜਾਂ ਵਾਲੇ ਪਾਸੇ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਨਹੀਂ ਗਏ, ਕਿਉਂਕਿ ਉੱਪਰੋਂ ਪਹਾੜੀ ਰਾਜੇ ਦੁਸ਼ਮਣ ਬਣ ਚੁੱਕੇ ਸੀ। ਸਾਨੂੰ ਖੋਜ ਕਰਦਿਆਂ ਬਿਰਧ ਬਜ਼ੁਰਗਾਂ ਤੋਂ ਪਤਾ ਲੱਗਾ ਕਿ ਸਰਸਾ ਨਦੀ ਨੂੰ ਕੋਈ ਵੀ ਬੇੜੀ ਵਿੱਚ ਦੀ ਲੰਘਣ ਵਾਲਾ ਪੱਤਣ ਹੋਣ ਜਾਂ ਪੁਰਾਣਾ ਕਾਗਜ਼ਾਂ ਵਿੱਚ ਨਹੀਂ ਹੈ। ਪਹਾੜਾਂ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਤਾਂ ਸਰਸਾ ਵਿੱਚ ਹੜ੍ਹ ਆ ਜਾਂਦਾ। ਇਹ ਆਪਣਾ ਭਿਆਨਕ ਰੂਪ ਦਿਖਾ ਜਾਂਦਾ ਹੈ। ਉਵੇਂ ਇਸ ਨੂੰ ਲੰਘਣ ਲਈ ਬੇੜੀ ਦੀ ਜ਼ਰੂਰਤ ਨਹੀਂ ਸੀ ਪੈਂਦੀ। ਲੋਕਾਂ ਨੇ ਆਮ ਲਾਂਘੇ ਬਣਾਏ ਹੋਏ ਸੀ। ਸਾਨੂੰ ਇਸ ਖੋਜ ਵਿੱਚ ਪੱਤਣ ਦੇ ਮਲਾਹ ਜੋ ਪੱਤਣ ਦੇ ਠੇਕੇ ਲੈਂਦੇ ਰਹੇ ਨੇ 80-85 ਸਾਲ ਦੇ ਬਜ਼ੁਰਗਾਂ ਨੇ ਬਹੁਤ ਜਾਣਕਾਰੀ ਦਿੱਤੀ। ਗੁਰਦੁਆਰਾ ਪਰਿਵਾਰ ਵਿਛੋੜੇ ਤੋਂ ਲੈ ਕੇ ਸਰਸਾ ਨੂੰ ਦੋਵਾਂ ਪਾਸਿਆਂ ਤੋਂ ਪੈਦਲ ਜਾ ਕੇ ਚੰਗੀ ਤਰ੍ਹਾਂ ਦੇਖ ਕੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਪਰਿਵਾਰ ਨਾਲੋਂ ਵਿਛੜ ਕੇ ਪਹਿਲੀ ਰਾਤ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਕੱਟੀ, ਉਹ ਥਾਂ ਪਿੰਡ ਚੱਕ ਢੇਰਾਂ ਵਾਲੇ ਪੱਤਣ ਵਾਲੀ ਹੀ ਸਤਲੁਜ ਕਿਨਾਰੇ ਹੈ। ਇਸ ਪੱਤਣ ਤੋਂ ਪੁਰਾਣਾ ਰਸਤਾ ਪਿੰਡ ਲੋਧੀ ਮਾਜਰੇ ਵਿੱਚ ਦੀ ਹੁੰਦਾ ਹੋਇਆ ਰੋਪੜ ਪਹੁੰਚ ਜਾਂਦਾ ਹੈ। ਹੁਣ ਦੇ ਪੱਕੇ ਰਸਤੇ ਰੋਪੜ ਤੋਂ ਪਿੰਡ ਚੱਕ ਢੇਰਾਂ ਪੱਤਣ ਦੀ ਦੂਰੀ 12 ਕਿਲੋਮੀਟਰ ਤੇ ਨੱਕ ਦੀ ਸੇਧ ਤੋਂ 8 ਕਿਲੋਮੀਟਰ ਹੈ। ਇਸੇ ਤਰ੍ਹਾਂ ਪਰਿਵਾਰ ਵਿਛੋੜੇ ਤੋਂ ਇਹ ਪਿੰਡ ਸਰਸਾ ਨਦੀ ਦੇ ਕਿਨਾਰੇ 11 ਕਿਲੋਮੀਟਰ ਤੇ ਨੱਕ ਦੀ ਸੇਧ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ। ਅਸੀਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਪੂਰੀ ਤਸੱਲੀ ਨਾਲ ਇਹ ਕਹਿ ਸਕਦੇ ਹਾਂ ਕਿ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਪਹਿਲੀ ਰਾਤ ਪਿੰਡ ਚੱਕ ਢੇਰਾਂ ਦੇ ਪੱਤਣ 'ਤੇ ਸਤਲੁਜ ਅਤੇ ਸਰਸਾ ਨਦੀ ਕਿਨਾਰੇ ਨਦੀ ਪਾਰ ਨਹੀਂ ਕੀਤੀ, ਕੁੰਮੇ ਮਾਸ਼ਕੀ ਕੋਲ ਕੱਟੀ। ਸਤਲੁਜ ਦਾ ਪੁਰਾਣਾ ਨਾਂ ਸੌਂਦਰਵ ਵੀ ਹੈ। ਸੂਰਜ ਮਿਟ ਗਿਆ ਸੀ, ਹਨੇਰਾ ਪਸਰ ਰਿਹਾ ਸੀ। ਠਰੀ ਹੋਈ ਰਾਤ ਤੋਂ ਬਚਣ ਲਈ ਠਾਰ ਦੀ ਲੋੜ ਸੀ। ਇਸ ਕਿਨਾਰੇ ਮਾਤਾ ਜੀ ਨੇ ਇੱਕ ਝੌਂਪੜੀ 'ਚ ਦੀਵਾ ਜਗਦਾ ਦੇਖਿਆ ਤਾਂ ਮਾਤਾ ਜੀ ਨੰਨੀਆਂ ਜਿੰਦਾਂ ਨੂੰ ਨਾਲ ਲੈ ਝੌਂਪੜੀ ਵਿੱਚ ਚਲੇ ਗਏ। ਇੱਥੇ ਕਰੀਮ ਬਖਸ਼ ਮਾਸ਼ੀ ਰਹਿੰਦਾ ਸੀ। ਗੁਰੂ ਕੀਆਂ ਸਾਖੀਆਂ ਵਿੱਚ ਇਸ ਦਾ ਨਾਂ ਕਰੀਮ ਬਖਸ਼ ਮਾਸ਼ੀ ਤੇ ਕੁੰਮਾ ਮਾਸ਼ਕੀ ਆਇਆ ਹੈ। ਇਹ ਬੇੜੀ ਦਾ ਮਲਾਹ ਸੀ ਤੇ ਲੋਕਾਂ ਦੇ ਘਰਾਂ 'ਚ ਮਸ਼ਕ ਨਾਲ ਪਾਣੀ ਵੀ ਢੋਂਦਾ ਸੀ ਤੇ ਮਸ਼ਕ ਨਾਲ ਪਾਣੀ ਢੋਣ ਵਾਲੇ ਨੂੰ ਮਾਸ਼ਕੀ ਕਿਹਾ ਜਾਂਦਾ ਸੀ। ਹਿੰਦੂਆਂ ਵਿੱਚ ਝਿਉਰ ਤੇ ਮੁਸਲਮਾਨਾਂ ਵਿੱਚ ਸੱਕਾ ਜਾਤੀ ਦੇ ਲੋਕ ਇਹ ਕੰਮ ਕਰਦੇ ਸੀ। ਮਾਤਾ ਜੀ ਤੋਂ ਸਾਰਾ ਹਾਲ ਸੁਣ ਇਹ ਗਰੀਬ ਮਲਾਹ ਮਾਤਾ ਜੀ ਦੇ ਚਰਨੀ ਢਹਿ ਪਿਆ। ਗਰੀਬੀ ਦਾਵੇ ਆਸਣ ਵਿਛਾ ਦਿੱਤਾ। ਕੁੰਮਾ ਮਾਸ਼ਕੀ ਆਪ ਵੀ ਜ਼ੁਲਮ ਦਾ ਝੰਬਿਆ ਹੋਇਆ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ। ਬਦਲ ਕੇ ਇਸ ਦਾ ਨਾਂ ਕਰੀਮ ਬਖਸ਼ ਰੱਖ ਦਿੱਤਾ। ਲੋਕ ਕੀਮਾ ਕਹਿਣ ਲੱਗ ਪਏ। ਇਸ ਦਾ ਪਹਿਲਾ ਪੂਰਾ ਨਾਮ ਕਰਮਚੰਦ ਸੀ, ਪਰ ਲੋਕੀ ਇਸ ਨੂੰ ਕੁੰਮਾ ਮਾਸ਼ਕੀ ਕਹਿ ਬੁਲਾਉਂਦੇ। ਚੌਪਈ ਇੱਕ ਸੱਕਾ ਹਿੰਦੂ ਤਹਿ ਆਹੀ, ਤੁਰਕ ਜੋਰ ਤੈਂ ਜਨਮ ਵਟਾਹੀ, ਕੁੰਮੇ ਤੇ ਕੀਮਾ ਤਹਿ ਕੀਨਾ, ਤਿਸਹੀ ਕਹਿ ਗ੍ਰਹਿ ਬਾਸਾ ਲੀਨਾ। ਦੁੰਨਾ ਸਿੰਘ ਹੰਡੂਰੀਆ, ਪੰਨਾ ਨੰਬਰ 22, 4 ਸਾਹਿਬਜ਼ਾਦੇ, ਪਿਆਰਾ ਸਿੰਘ ਪਦਮ। ਕੁੰਮੇ ਨੇ ਜੋ ਵੀ ਉਹਦੇ ਕੋਲ ਭਾਰਾ ਕੱਪੜਾ ਸੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੇ ਦਿੱਤਾ। ਆਪ ਨੇੜੇ ਦੇ ਨਗਰ ਨੂੰ ਮਾਈ ਲక్ష్ਮੀ ਨਾਂ ਦੀ ਬ੍ਰਾਹਮਣੀ ਕੋਲੋਂ ਪ੍ਰਸ਼ਾਦੇ ਲੈਣ ਚਲਾ ਗਿਆ ਕਿ ਮਾਈ ਬਹੁਤ ਧਰਮਾਤਮਾ ਤੇ ਨੇਕ ਸੀ। ਘਰ ਵਿੱਚ ਇਕੱਲੀ ਰਹਿੰਦੀ, ਰਾਹੀ ਮੁਸਾਫਰ ਨੂੰ ਭੋਜਨ ਛਕਾ ਕੇ ਪਰਮਾਤਮਾ ਦਾ ਨਾਮ ਲੈ ਛੱਡਦੀ। ਕੁੰਮੇ ਨੇ ਸਾਰੀ ਗੱਲ ਇਸ ਨੂੰ ਦੱਸੀ। ਇਸ ਨੇ ਛੇਤੀ ਭੋਜਨ ਤਿਆਰ ਕਰ ਕੁੰਮੇ ਨੂੰ ਦੇ ਦਿੱਤਾ ਤਾਂ ਕਿ ਭੁੱਖਣ ਭਾਣੇ ਗੁਰੂ ਪੁੱਤਰਾਂ ਤੇ ਦਾਦੀ ਮਾਂ ਨੂੰ ਭੋਜਨ ਛਕਾਉਣ ਵਿੱਚ ਹੋਰ ਦੇਰ ਨਾ ਹੋ ਜਾਵੇ। ਮੈਂ ਸਵੇਰੇ ਦਰਸ਼ਨ ਕਰਨ ਆਵਾਂਗੀ, ਨਾਲ ਭੋਜਨ ਵੀ ਲਈ ਆਉਂਗੀ, ਕੁੰਮੇ ਨੂੰ ਮਾਈ ਲక్ష్ਮੀ ਨੇ ਕਿਹਾ।
ਕੁੰਮਾ ਅੱਛਾ ਕਹਿ ਕਾਲੀ ਕਾਲੀ ਕਦਮ ਪੁੱਟਦਾ ਝੌਂਪੜੀ ਵਿੱਚ ਆਣ ਪਹੁੰਚਾ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਬਹੁਤ ਪਿਆਰ ਨਾਲ ਪ੍ਰਸ਼ਾਦੇ ਛਕਾਏ। ਜੋ ਗਰਮ ਕੱਪੜਾ ਮਾਈ ਲక్ష్ਮੀ ਕੋਲੋਂ ਲੈ ਕੇ ਆਇਆ ਸੀ ਉਹ ਵੀ ਮਾਤਾ ਜੀ ਨੂੰ ਦੇ ਦਿੱਤਾ। ਆਪ ਵੀ ਰੁੱਖੀ ਸੁੱਖੀ ਖਾ ਲਈ। ਮਹਿਲਾਂ ਵਿੱਚ ਰਹਿਣ ਵਾਲੇ ਅੱਜ ਠਰੀ ਹੋਈ ਰਾਤ ਕੁੱਲੀ ਵਿੱਚ ਕੱਟ ਰਹੇ ਨੇ। ਦਾਦੀ ਮਾਂ ਤੋਂ ਮਾਤਾ ਪਿਤਾ ਤੇ ਭਰਾਵਾਂ ਦਾ ਪੁੱਛਦੇ ਕਸ਼ਟਾਂ ਭਰੇ ਸਫ਼ਰ ਦੇ ਥੱਕੇ ਦੋਵੇਂ ਵੀਰ ਦਾਦੀ ਮਾਂ ਨਾਲ ਚਿੰਬੜ ਕੇ ਸੌਂ ਗਏ। ਦਾਦੀ ਮਾਸੂਮ ਜਿੰਦਾ ਨੂੰ ਕਲਾਵੇ ਵਿੱਚ ਲੈ ਨਿੱਘ ਦਿੰਦੀ ਤੇ ਸਾਰੇ ਪਰਿਵਾਰ ਬਾਰੇ ਸੋਚਦੀ। ਅੱਖਾਂ ਮੂਹਰੇ ਸਾਰੀ ਝਾਕੀ ਲੰਘਦੀ ਗਈ। ਸੋਚ ਹੋਰ ਵੀ ਗੰਭੀਰ ਹੁੰਦੀ ਗਈ। ਹਿਰਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਦਾਦੀ ਮਾਂ ਦੇ ਬਿਰਧ ਤੇ ਥੱਕੇ ਸਰੀਰ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ। ਕੁੰਮਾ ਮਾਸ਼ਕੀ ਵੀ ਕੁੱਲੀ ਤੋਂ ਬਾਹਰ ਨਿੱਕ ਸੁੱਕ ਲੈ ਕੇ ਲੰਮਾ ਪੈ ਗਿਆ। ਇਹ ਗਰੀਬ ਮਲਾਹ ਇਸ ਪੱਤਣ ਤੇ ਬੇੜੀ ਚਲਾਉਂਦਾ ਸੀ। ਲੋਕਾਂ ਨੂੰ ਦਰਿਆ ਪਾਰ ਕਰਾਉਣ ਦਾ ਜੋ ਮਿਲਦਾ ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦਾ। ਅੱਜ ਲੰਮੇ ਪਏ ਨੂੰ ਨੀਂਦ ਨਹੀਂ ਸੀ ਆ ਰਹੀ ਸੀ। ਜ਼ੁਲਮੀ ਹਕੂਮਤ ਨੂੰ ਇਹਦਾ ਮਨ ਲਾਹਣਤਾਂ ਪਾਉਂਦਾ ਰਿਹਾ। ਦਸਮ ਪਿਤਾ ਜੀ ਦਾ ਜ਼ੁਲਮ ਤੇ ਜ਼ਬਰ ਨਾਲ ਟਾਕਰਾ ਲੈਣ ਤੇ ਸਾਰੇ ਪਰਿਵਾਰ ਦਾ ਵਿਛੜਨ ਦਾ ਸੋਚ ਰਿਹਾ ਸੀ। ਇਹ ਅੰਦਰ ਹੀ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਉੱਠਦਾ। ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਕੁੱਲੀ ਵਿੱਚ ਸੁੱਤਿਆਂ ਦੇਖ ਇਹਦਾ ਮਨ ਭਰ ਆਇਆ ਕਿ ਸਾਡੇ ਗਰੀਬਾਂ ਵਾਸਤੇ ਮਹਿਲਾਂ ਵਿੱਚ ਰਹਿਣ ਵਾਲੇ ਕਿਵੇਂ ਕਸ਼ਟ ਚੱਲਦੇ ਨੇ, ਕਿਵੇਂ ਘਰੋਂ ਬੇਘਰ ਹੋਏ ਮੋਹ ਦੀਆਂ ਠਰੀਆਂ ਰਾਤਾਂ ਗੁਜ਼ਾਰਦੇ ਨੇ। ਸਾਡੇ ਗਰੀਬਾਂ ਤੇ ਮਜ਼ਲੂਮਾਂ ਦੀ ਰਾਖੀ ਲਈ ਇਸ ਗੁਰੂ ਪਰਿਵਾਰ ਨੇ ਕੀ ਕੀ ਦੁੱਖ ਨਹੀਂ ਝੱਲੇ। ਕੁੱਲੀ ਵੱਲ ਦੇਖ ਕੁੰਮਾ ਮਾਸ਼ਕੀ ਸਿਸਕੀਆਂ ਲੈਣ ਲੱਗ ਪਿਆ। ਇਸ ਦਾ ਗੱਜ ਭਰ ਆਇਆ। ਸਾਰੀ ਰਾਤ ਅੱਖਾਂ 'ਚੋਂ ਅੱਥਰੂ ਨਾ ਰੁਕੇ। ਕੁੰਮੇ ਮਾਸ਼ਕੀ ਲਈ ਇਹ ਰਾਤ ਬਹੁਤ ਦਰਦਨਾਕ ਹੋ ਨਿਬੜੀ। ਪਰਿਵਾਰ ਨਾਲੋਂ ਵਿਛੜ ਕੇ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਪਹਿਲੀ ਰਾਤ 7 ਪੋਹ 1761 ਬਿਕਰਮੀ 21 ਦਸੰਬਰ 1704 ਈਸਵੀ ਨੂੰ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਝੱਲ ਝਾੜੀਆਂ 'ਚ ਸਰਸਾ ਨਦੀ ਤੇ ਸਤਲੁਜ ਦਰਿਆ ਦੇ ਸਾਂਝੇ ਕਿਨਾਰੇ ਤੇ ਪਿੰਡ ਚੱਕ ਢੇਰਾਂ ਦੇ ਪੱਤਣ ਤੇ ਬਤੀਤ ਕੀਤੀ। ਸੂਚਨਾ: ਜਿੱਥੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੇ ਪਹਿਲੀ ਰਾਤ ਬਤੀਤ ਕੀਤੀ ਇੱਥੇ ਕੋਈ ਅਸਥਾਨ ਨਹੀਂ ਬਣਿਆ ਸੀ। ਸਾਨੂੰ ਸਾਰੇ ਸਿੱਖ ਪੰਥ ਨੂੰ ਸੋਚਣਾ ਚਾਹੀਦਾ ਹੈ ਕਿ ਅੱਜ 300 ਸਾਲ ਬੀਤ ਜਾਣ ਤੱਕ ਵੀ ਅਸੀਂ ਇੱਥੇ ਕੋਈ ਯਾਦਗਾਰ ਨਹੀਂ ਬਣਾ ਸਕੇ। ਕੁੰਮੇ ਮਾਸ਼ਕੀ ਦੀ ਕੁਰਬਾਨੀ ਵੀ ਘੱਟ ਨਹੀਂ ਹੈ। ਉਸ ਗਰੀਬ ਮਲਾਹ ਦੀ ਕੁਰਬਾਨੀ ਨੂੰ ਸਿੱਖ ਜਗਤ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਕੁੰਮਾ ਮਾਸ਼ਕੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਸਾਂਝੀ ਯਾਦਗਾਰ ਬਣਾਉਣ ਲਈ ਛੇਤੀ ਕਦਮ ਪੁੱਟਣੇ ਚਾਹੀਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਕਾਰ ਸੇਵਾ ਵਾਲੇ ਬਾਬੇ, ਸਮੂਹ ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ ਅਤੇ ਇਤਿਹਾਸਕ ਖੋਜੀਆਂ ਨੂੰ ਸਾਡੇ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਹੋਰ ਅਵੇਸਲੇ ਨਾ ਹੋਵੋ। ਇਸ ਥਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨਿੱਕੀਆਂ ਜਿੰਦਾਂ, ਦਾਦੀ ਮਾਂ ਤੇ ਕੁੰਮੇ ਮਾਸ਼ਕੀ ਦੇ ਨਾਂ ਦਾ ਨਿਸ਼ਾਨ ਚਲਾ ਦੇਵੋ। ਅਸੀਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਗਰੀਬ ਨਵਾਜ਼ ਜੀ ਆਪ ਹੀ ਆਪਣੀ ਗੁਰਸਿੱਖ ਸੰਗਤ 'ਤੇ ਕਿਰਪਾ ਕਰਕੇ ਸਿੱਖ ਪੰਥ ਤੋਂ ਇਹ ਸੇਵਾ ਕਰਵਾ ਲਵੋ। ਪਤਾ: ਪਿੰਡ ਚੱਕ ਢੇਰਾ, ਡਾਕਖਾਨਾ ਲੋਧੀ ਮਾਜਰਾ, ਤਹਿਸੀਲ ਜ਼ਿਲ੍ਹਾ ਰੋਪੜ। ਨੋਟ: ਗੁਰੂ ਪਾਤਸ਼ਾਹ ਦੀ ਮਿਹਰ ਦਾ ਸਦਕਾ ਇਹ ਸਥਾਨ ਲੇਖਕ ਦੇ ਜਿਉਂਦੇ ਜੀ 2007 ਈਸਵੀ ਤੋਂ ਬਣ ਚੁੱਕਾ ਹੈ। ਗੁਰੂ ਕੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਨਮਸਕਾਰ ਕਰਨ ਆਉਂਦੀਆਂ ਹਨ। ਪਹਿਲੀ ਰਾਤ ਕਿਤਾਬ ਪੋਹ ਦੀਆਂ ਰਾਤਾਂ, ਲੇਖਕ ਸੁਰਿੰਦਰ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।